ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਬੇਸ਼ੁਮਾਰ ਅਥਾਹ ਗਣਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਆਸਾ ਬਾਣੀ ਭਗਤਾਂ ਕੀ ਕਬੀਰ ਜੀਓ। ਨਾਮ ਦਿਓ ਜੀਓ ਰਵਿਦਾਸ ਜੀਓ। ਆਸਾ ਸ੍ਰੀ ਕਬੀਰ ਜੀਓ। ਗੁਰ ਚਰਨ ਲਾਗ ਹਮ ਬਿਨਵਤਾ ਪੂਛਤ ਕਹਿ ਜੀਓ ਪਾਇਆ। ਕਵਣ ਕਾਜ ਜਗ ਉਪਜੈ ਬਿਨਸੈ ਕਹੋ ਮੋਹਿ ਸਮਝਾਇਆ। ਦੇਵ ਕਰੋ ਦਇਆ ਮੋਹਿ ਮਾਰਗ ਲਾਵੋ ਜਿਤ ਭੈ ਬੰਧਨ ਟੂਟੈ। ਜਨਮ ਮਰਨ ਦੁਖ ਫੇੜ ਕਰਮ ਸੁਖ ਜੀ ਜਨਮ ਤੇ ਛੂਟੈ ਰਹਾਉ। ਮਾਇਆ ਫਾਸ ਬੰਧਨੀ ਫਾਰੈ ਆਰ ਮਨ ਸੁਨ ਨਾ ਲੂਕੇ। ਆਪਾ ਪਦ ਨਿਰਵਾਣ ਨਾ ਚੀਨਿਆ ਇਨ ਬਿਦ ਅਪਿਓ ਨਾ ਚੂਕੇ। ਕਹੀ ਨਾ ਉਪਜੈ ਉਪਜੀ ਜਾਣੈ ਭਾਵ ਅਭਾਵ ਹੋਣਾ। ਉਦੈ ਅਸਤ ਕੀ ਮਨ ਬੁੱਧ ਨਾਸੀ ਤੋ ਸਦਾ ਸਹਿਜ ਲਿਵ ਲੀਣਾ। ਜਿਉ ਪ੍ਰਤਿਬਿੰਬ ਬਿੰਬ ਕੋ ਮਿਲਿਐ ਉਦਕ ਕੁੰਭ ਬਿਗਰਾਨਾ। ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ ਤੋ ਮਨ ਸੁਨ ਸਮਾਨਾ। ਜਿਉ ਪ੍ਰਤਿਬਿੰਬ ਬਿੰਬ ਕੋ ਮਿਲਿਐ ਉਦਕ ਕੁੰਭ ਬਿਗਰਾਨਾ। ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ ਤੋ ਮਨ ਸੁਨ ਸਮਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰਬਾਣੀ ਦੀ ਜੋ ਲੜੀਵਾਰ ਕਥਾ ਆਪਾਂ ਨੂੰ ਪ੍ਰਾਪਤ ਹੋ ਰਹੀ ਹੈ ਇਸ ਦੇ ਤਹਿਤ ਆਸਾ ਰਾਗ ਦੇ ਵਿੱਚ ਜੋ ਭਗਤਾਂ ਦੀ ਬਾਣੀ ਹੈ ਜੋ ਕਿ 475 ਅੰਗ ਤੋਂ ਆਰੰਭ ਹੁੰਦੀ ਹੈ। ਪਹਿਲਾ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦੇ ਬਾਬਤ 2 ਦਿਨ ਪਹਿਲਾਂ ਵੀ ਆਪਾਂ ਵਿਚਾਰ ਕੀਤੀ ਹੈ। ਭਗਤ ਕਬੀਰ ਸਾਹਿਬ ਜੀ ਇਸ ਪਾਵਨ ਸ਼ਬਦ ਦੇ ਵਿੱਚ ਉੱਤਮ ਜਗਿਆਸੂ ਦੀ ਅਵਸਥਾ ਨੂੰ ਬਿਆਨ ਕਰਦੇ ਹਨ ਕਿ ਇਹ ਸੰਸਾਰ ਜੀਵ ਦੇ ਜਿਹੜਾ ਜੀਵ ਹੈ ਇਹ ਸੰਸਾਰ ਦੇ ਵਿੱਚ ਕਿਉਂ ਆਇਆ ਹੈ। ਸੰਸਾਰ ਵਿੱਚ ਇਹ ਸੰਸਾਰ ਬਣਦਾ ਔਰ ਮਿਟਦਾ ਕਿਉਂ ਹੈ। ਆਪਣੇ ਗੁਰੂ ਦੇ ਚਰਨਾਂ ਵਿੱਚ ਬੇਨਤੀ ਅਰਦਾਸ ਤੇ ਨਾਲ ਇਹ ਬੇਨਤੀ ਹੈ ਕਿ ਕਿਰਪਾ ਕਰੋ ਮੇਰਾ ਮਨ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਜਾਵੇ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਵੇ।
ਤੇ ਕਿਵੇਂ ਇਹ ਮਨ ਅਭੇਦ ਹੁੰਦਾ ਹੈ, ਉਹ ਸਾਰਾ ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਫਰਮਾਨ ਕੀਤਾ ਹੈ। ਇਸ ਪਾਵਨ ਸ਼ਬਦ ਦੇ ਆਰੰਭ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਮੰਗਲਾਚਰਨ ਕੀਤਾ ਹੈ। ਇਸ ਮੰਗਲਾਚਰਨ ਦੀ ਕੱਲ੍ਹ ਵੀ ਆਪਾਂ ਕਥਾ ਸਰਵਣ ਕੀਤੀ ਸੀ। ਆਓ ਇੱਕ ਵਾਰੀ ਫਿਰ ਤੋਂ ਅੱਖਰੀ ਰੂਪ ਦੇ ਵਿੱਚ ਸਾਂਝ ਪਾਈਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਹਨ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਇੱਕ ਅਦੁੱਤੀ ਸ਼ਕਤੀ ਹੈ। ਉਸ ਦਾ ਨਾਮ ਸਦੀਵੀ ਕਾਲ ਵਾ ਕਾਲ ਤੋਂ ਪਰੇ ਵੀ ਸਤ ਹੈ। ਕਰਤਾ ਉਹ ਸਾਰੇ ਸੰਸਾਰ ਦਾ ਕਰਤਾ ਹੈ। ਪੁਰਖ ਸਾਰਿਆਂ ਵਿੱਚ ਪੂਰਿਆ ਹੋਇਆ ਹੈ। ਨਿਰਭਉ ਉਹਨੂੰ ਕਿਸੇ ਤੋਂ ਡਰ ਨਹੀਂ ਲੱਗਦਾ, ਕਿਸੇ ਵੀ ਤਰ੍ਹਾਂ ਦਾ ਡਰ ਨਹੀਂ ਹੈ ਉਹਦੇ ਤੇ। ਨਿਰਵੈਰ ਵਾਹਿਗੁਰੂ ਪਰਮਾਤਮਾ ਦਾ ਕਿਸੇ ਨਾਲ ਵੀ ਵੈਰ ਨਹੀਂ ਹੈ। ਅਕਾਲ ਉਹ ਕਾਲ ਤੋਂ ਰਹਿਤ ਹੈ। ਮੂਰਤ ਉਹਦਾ ਸਰੂਪ ਹੈ। ਐਸਾ ਨਹੀਂ ਕਿ ਉਹਦਾ ਕੋਈ ਸਰੂਪ ਨਹੀਂ ਹੈ, ਉਸ ਦਾ ਆਪਣਾ ਇੱਕ ਸਰੂਪ ਹੈ ਜੋ ਸਾਡੇ ਮਨ ਇੰਦਰੀਆਂ ਤੋਂ ਪਰੇ ਹੈ। ਅਜੂਨੀ ਵਾਹਿਗੁਰੂ ਜੂਨੀਆਂ ਵਿੱਚ ਨਹੀਂ ਆਉਂਦਾ। ਸੈਭੰ ਉਹ ਸਵੈ ਪ੍ਰਕਾਸ਼ਮਾਨ ਹੈ, ਭਾਵ ਉਹਦਾ ਕੋਈ ਕਰਤਾ ਨਹੀਂ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਗੁਰ ਪ੍ਰਸਾਦ ਐਸੇ ਵਾਹਿਗੁਰੂ ਨੂੰ ਪ੍ਰਾਪਤ ਕਰਨਾ ਹੀ ਜੀਵ ਦਾ ਲਕਸ਼ ਹੈ। ਪ੍ਰਾਪਤ ਕਿਵੇਂ ਹੋਵੇਗਾ? ਗੁਰੂ ਦੀ ਕਿਰਪਾ ਨਾਲ। ਸੰਸਾਰ ਵਿੱਚ ਰੱਬ ਨੂੰ ਮਿਲਣ ਦਾ ਇੱਕੋ ਇੱਕ ਵਾਹਿਦ ਤਰੀਕਾ ਹੈ, ਉਹ ਹੈ ਗੁਰੂ ਦੀ ਕਿਰਪਾ। ਇਸ ਕਰਕੇ ਜਿੰਨੇ ਵੀ ਲੋਕ ਧਰਮ ਦੀ ਦੁਨੀਆ ਵਿੱਚ ਸਫਲ ਹੋਣਾ ਚਾਹੁੰਦੇ ਨੇ, ਪਹਿਲਾਂ ਇਸ ਗੱਲ ਨੂੰ ਸਮਝ ਲੈਣ ਵੀ ਅਸੀਂ ਗੁਰੂ ਦੀ ਕਿਰਪਾ ਲੈਣੀ ਹੈ। ਕੋਈ ਵੀ ਆਪਾਂ ਕਰਮ ਕਰਨਾ ਹੈ, ਬਾਣੀ ਪੜ੍ਹਨੀ ਹੈ, ਕਥਾ ਕਰਨੀ, ਕੀਰਤਨ ਕਰਨਾ, ਸੇਵਾ ਕਰਨੀ ਹੈ, ਜਾਂ ਸਾਡਾ ਜਿਹੜਾ ਸੰਸਾਰਕ ਜੀਵਨ ਹੈ ਉਹ ਵੀ ਆਪਾਂ ਜੀਵਣਾ ਹੈ, ਵਿਵਹਾਰ ਜਿਹੜਾ ਹੈ ਉਹ ਵੀ ਕਰਨਾ ਹੈ, ਤਾਂ ਉਹ 'ਚ ਵੇਖਣਾ ਕੋਈ ਗੁਰੂ ਸਾਡੇ 'ਤੇ ਇਸ ਤਰ੍ਹਾਂ ਕਿਰਪਾ ਕਰੇਗਾ ਜੇ ਅਸੀਂ ਇਸ ਤਰ੍ਹਾਂ ਦਾ ਬੋਲਾਂਗੇ, ਇਸ ਤਰ੍ਹਾਂ ਦਾ ਜੀਵਨ ਜੀਵਾਂਗੇ। ਆਸਾ ਕੀ ਵਾਰ ਦੀ ਹੁਣੇ ਕਥਾ ਸਮਾਪਤ ਹੋਈ ਹੈ। ਮਹਾਰਾਜ ਕਹਿੰਦੇ ਤੇਰੀ ਜੀਭਾ ਵੀ ਕੰਟਰੋਲ ਵਿੱਚ ਹੋਣੀ ਚਾਹੀਦੀ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਤੇਰੀਆਂ ਅੱਖਾਂ ਵੀ ਅੱਖੀਂ ਸੂਤਕ ਵੇਖਣਾ, ਪਰ ਤਰਿਆ ਪਰ ਤਨ ਰੂਪ। ਮਹਾਰਾਜ ਨੇ ਉੱਥੇ ਸਾਰਾ ਇਹ ਦੱਸਿਆ ਹੈ। ਜਿੱਥੇ ਆਪਾਂ ਬਾਣੀ ਪੜ੍ਹਨੀ, ਨਾਮ ਜਪਣਾ, ਸੇਵਾ ਕਰਨੀ, ਉੱਥੇ ਸਾਡਾ ਸਰੀਰ ਦਾ ਕੀ ਵਿਵਹਾਰ ਹੈ। ਬਾਣੀ ਤਾਂ ਬਹੁਤ ਪੜ੍ਹਦੇ ਨੇ, ਧਰਮ ਦੀ ਕਿਰਿਆ ਤਾਂ ਬਹੁਤ ਕਰਦੇ ਨੇ, ਪਰ ਨਾਲ ਉਹਨਾਂ ਦੀਆਂ ਅੱਖਾਂ ਮਾੜਾ ਵੀ ਵੇਖੀ ਜਾਂਦੀਆਂ ਨੇ, ਰਸਨਾ ਮਾੜਾ ਬੋਲੀ ਜਾਂਦੀ ਹੈ, ਕੰਨ ਮਾੜਾ ਸੁਣੀ ਜਾਂਦੇ ਨੇ, ਹੱਥਾਂ ਪੈਰਾਂ ਨਾਲ ਮਾੜਾ ਕਰੀ ਜਾਂਦੇ ਨੇ, ਵਿਵਹਾਰ ਮਾੜਾ ਹੈ। ਸੋ ਇਹ ਉਹੀ ਕਰਮ ਸੰਸਾਰ ਵਿੱਚ ਕਰਨੇ ਨੇ। ਸਰੀਰਕ ਤੌਰ 'ਤੇ ਵੀ ਵਿਵਹਾਰ ਜਿਹੜਾ ਹੈ ਕਿ ਗੁਰੂ ਕਿਰਪਾ ਕਰ ਦੇਵੇ, ਗੁਰੂ ਖੁਸ਼ ਹੋ ਜਾਵੇ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਜਦੋਂ ਹੋਵੇਗੀ, ਫਿਰ ਉਹ ਰੱਬ ਪ੍ਰਾਪਤ ਹੋ ਜਾਵੇਗਾ, ਉਹ ਰੱਬ ਮਿਲ ਜਾਵੇਗਾ। ਰਾਗ ਆਸਾ ਬਾਣੀ ਭਗਤਾਂ ਕੀ, ਰਾਗ ਆਸਾ ਬਾਣੀ ਭਗਤਾਂ ਕੀ। ਇਹ ਵੀ ਬਚਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਨ। ਮਹਾਰਾਜ ਇੱਥੇ ਭਗਤਾਂ ਦੀ ਬਾਣੀ ਦਰਜ ਕਰ ਰਹੇ ਨੇ। ਕਬੀਰ ਜੀਓ, ਨਾਮਦੇਵ ਜੀਓ, ਰਵਿਦਾਸ ਜੀਓ। ਫਿਰ ਮਹਾਰਾਜ ਇੱਥੇ ਜਿਹੜੇ ਅੱਗੇ ਭਗਤਾਂ ਦੀ ਬਾਣੀ ਆ ਰਹੀ ਹੈ, ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਜੀ ਔਰ ਭਗਤ ਰਵਿਦਾਸ ਜੀ ਇਤਿਆਦਿਕ ਇਹਨਾਂ ਭਗਤਾਂ ਦਾ ਮਹਾਰਾਜ ਨੇ ਇੱਥੇ ਜ਼ਿਕਰ ਕੀਤਾ ਹੈ।
ਆਸਾ ਸ੍ਰੀ ਕਬੀਰ ਜੀਓ। ਇੱਥੋਂ ਹੁਣ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਰੰਭ ਹੁੰਦੀ ਹੈ। ਭਗਤ ਕਬੀਰ ਸਾਹਿਬ ਜੀ ਆਸਾ ਰਾਗ ਦੇ ਵਿੱਚ ਫੁਰਮਾਨ ਕਰ ਰਹੇ ਹਨ। ਗੁਰ ਚਰਨ ਲਾਗ ਹਮ ਬਿਨਵਤਾ, ਪੂਛਤ ਕਹਿ ਜੀਉ ਪਾਇਆ। ਇਸ ਤਰ੍ਹਾਂ ਦਾ ਜਗਿਆਸੂ ਗੁਰੂ ਦੇ ਕੋਲ ਕੋਈ ਵਿਰਲਾ ਆਉਂਦਾ ਹੈ। ਆਪਾਂ ਵੀ ਆਉਂਦੇ ਹਾਂ ਜਾਂ ਆਪਾਂ ਸੇਵਾ ਵੀ ਕਰਦੇ ਹਾਂ ਅਤੇ ਸਾਡਾ ਇਹੀ ਲਕਸ਼ ਹੈ ਵੀ ਮੈਨੂੰ ਇਹ ਕੁਝ ਮਿਲ ਜਾਵੇ, ਇਹ ਪਦਾਰਥ ਮਿਲ ਜਾਣ, ਇਹ ਕੁਝ ਮਿਲ ਜਾਵੇ। ਜੇ ਇੱਦੋਂ ਅੱਗੇ ਛਾਲ ਮਾਰਾਂਗੇ ਤਾਂ ਇਹ ਹੋਵੇ ਵੀ ਇਹ ਸੰਸਾਰ ਨੂੰ ਛੱਡ ਕੇ ਜਾਣਾ ਹੈ ਅਤੇ ਅੱਗੇ ਸੌਖੇ ਰਹੀਏ। ਪਰ ਕੋਈ ਵਿਰਲਾ ਹੈ ਜਿਹੜਾ ਗੁਰੂ ਦੇ ਕੋਲ ਬੈਠ ਕੇ ਪੁੱਛਦਾ, ਮਹਾਰਾਜ ਇਹ ਜੀਵ ਪੈਦਾ ਹੀ ਕਿਉਂ ਹੋਇਆ ਹੈ, ਇਹਦੇ ਪੈਦਾ ਹੋਣ ਦਾ ਕੀ ਲਕਸ਼ ਹੈ, ਕੀ ਪ੍ਰਯੋਜਨ ਹੈ। ਕਿਉਂਕਿ ਸਾਨੂੰ ਇਹ ਸਮਝਣਾ ਪਵੇਗਾ ਵੀ ਅਸੀਂ ਕਿਹੜੇ ਕਾਰਜ ਵਾਸਤੇ ਸੰਸਾਰ ਵਿੱਚ ਆਏ ਹਾਂ। ਸਾਨੂੰ ਇਹ ਪਤਾ ਹੀ ਨਹੀਂ ਹੈ ਵੀ ਅਸੀਂ ਕਿਹੜੇ ਲਕਸ਼ ਵਾਸਤੇ ਆਏ ਹਾਂ। ਬਸ ਜਿਵੇਂ ਮਹਾਰਾਜ ਕਹਿੰਦੇ ਪਸ਼ੂ ਪੰਛੀ ਜਾਨਵਰ ਤੁਰੇ ਫਿਰਦੇ ਨੇ, ਇਸੇ ਤਰ੍ਹਾਂ ਜੀਵ ਗੁਰੂ ਦੀ ਮੱਤ ਤੋਂ ਬਿਨਾਂ ਤੁਰਿਆ ਫਿਰਦਾ ਹੈ। ਆਵਣ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ਼ੂ ਢੋਰ। ਆਵਣ ਨੂੰ ਤਾਂ ਆ ਗਏ ਨੇ, ਸਰੀਰ ਤਾਂ ਮਿਲ ਗਿਆ, ਜੀਵਨ ਤਾਂ ਮਿਲ ਗਿਆ, ਪਰ ਇਹ ਬੂਝਿਆ ਹੀ ਨਹੀਂ, ਜਾਣਿਆ ਹੀ ਨਹੀਂ ਵੀ ਇਹ ਜੀਵਨ ਮਿਲਿਆ ਕਿਉਂ ਹੈ। ਅਤੇ ਮਹਾਰਾਜ ਕਹਿੰਦੇ ਜੇ ਨਹੀਂ ਬੂਝਿਆ ਜਾਣਿਆ ਫਿਰ ਇਹਨੂੰ ਬੰਦਾ ਨਾ ਆਖੋ ਜੀ, ਫਿਰ ਇਹਨੂੰ ਮਨੁੱਖ ਨਾ ਆਖੋ ਜੀ, ਫਿਰ ਇਹ ਪਸ਼ੂ ਢੋਰ ਗਵਾਰ ਹੀ ਹੈ। ਇਹ ਸਵਾਲ ਰੱਖਦੇ ਨੇ ਭਗਤ ਕਬੀਰ ਸਾਹਿਬ ਜੀ। ਕਵਣ ਕਾਜ ਜਗ ਉਪਜੈ ਬਿਨਸੈ, ਕਹੋ ਮੋਹਿ ਸਮਝਾਇਆ। ਕਿਸ ਕਾਰਜ ਵਾਸਤੇ ਸੰਸਾਰ ਵਿੱਚ ਜੀਵ ਆਇਆ ਹੈ ਫਿਰ ਚਲਾ ਜਾਂਦਾ ਹੈ, ਇਹਦਾ ਲਕਸ਼ ਕੀ ਹੈ। ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਆਪਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਆਪਾਂ ਕਿੰਨੀ ਵਾਰੀ ਜੰਮੇ ਹਾਂ ਅਤੇ ਕਿੰਨੀ ਵਾਰੀ ਮਰੇ ਹਾਂ। ਜਦੋਂ ਕੋਈ ਭਗਤੀ ਕਰਦਾ ਹੈ ਅਤੇ ਉਹਨੂੰ ਇਹ ਸਾਰਾ ਕੁਝ ਦਿਖਾਈ ਦੇਣ ਲੱਗ ਪੈਂਦਾ ਹੈ ਵੀ ਕਿੰਨੀ ਵਾਰ ਜਨਮ ਹੋ ਚੁੱਕਿਆ, ਗਿਣਤੀ ਹੀ ਨਹੀਂ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ, ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਇਸ ਤਰ੍ਹਾਂ ਦੇ ਘਰ ਆਪਾਂ ਪਹਿਲਾਂ ਕਈ ਵਾਰ ਵਸਾ ਚੁੱਕੇ ਹਾਂ। ਕਿਸੇ ਦੀ ਪਤਨੀ ਬਣਿਆ, ਕਿਸੇ ਦਾ ਪਤੀ ਬਣਿਆ, ਕਿਸੇ ਦਾ ਪੁੱਤਰ ਬਣਿਆ, ਕਿਸੇ ਦੀ ਧੀ ਬਣੀ। ਇਹ ਆਤਮਾ ਨੂੰ ਜਿਸ ਤਰ੍ਹਾਂ ਦੀ ਬੋਡੀ ਮਿਲਦੀ ਰਹੀ, ਆਪਣੇ ਆਪ ਨੂੰ ਉਹੀ ਸਮਝਣ ਲੱਗ ਪਈ ਆਤਮਾ। ਇਹ ਆਪਣਾ ਅਸਲੀ ਰੂਪ ਨਹੀਂ ਜਾਣਿਆ। ਇਸੇ ਸ਼ਬਦ ਵਿੱਚ ਅੱਗੇ ਬਚਨ ਆਉਣੇ ਨੇ ਕਿ ਆਪਾ ਪਦ ਨਿਰਵਾਣ ਨਾ ਚੀਨਿਆ। ਆਪਣੇ ਆਪ ਨੂੰ ਜਾਣਿਆ ਹੀ ਨਹੀਂ ਆਤਮਾ ਨੇ। ਅਸੀਂ ਆਪਣੇ ਆਪ ਨੂੰ ਜਾਣਿਆ ਨਹੀਂ। ਅਸੀਂ ਹੁਣ ਜਿਹੜਾ ਸਰੀਰ ਮਿਲ ਗਿਆ, ਜੇ ਇਸਤਰੀ ਦਾ ਮਿਲ ਗਿਆ ਆਪਣੇ ਆਪ ਨੂੰ ਇਸਤਰੀ ਸਮਝ ਲਿਆ, ਪੁਰਸ਼ ਦਾ ਮਿਲ ਗਿਆ ਪੁਰਸ਼ ਸਮਝ ਲਿਆ। ਬਸ ਇਹੀ, ਜਦ ਕਿ ਜਿਹੜੀ ਆਤਮਾ ਹੈ ਨਾ ਉਹ ਪੁਰਸ਼ ਹੈ ਨਾ ਉਹ ਇਸਤਰੀ ਹੈ। ਉਹ ਇੱਕ ਨੂਰ ਹੈ, ਪ੍ਰਕਾਸ਼ ਹੈ। ਜਿਵੇਂ ਬਿਜਲੀ ਹੈ ਨਾ, ਬਿਜਲੀ ਆਪਾਂ ਜਦੋਂ ਬਿਜਲੀ ਘਰ ਵਿੱਚ ਆਈ ਤਾਂ ਆਪਾਂ ਕਹਿੰਦੇ ਹਾਂ ਫਰਿੱਜ ਚੱਲ ਰਹੀ ਹੈ। ਫਰਿੱਜ ਨਹੀਂ ਚੱਲ ਰਹੀ, ਉਹ ਕਰੰਟ ਫਰਿੱਜ ਨੂੰ ਵੀ ਚਲਾ ਰਿਹਾ ਹੈ, ਉਹ ਕਰੰਟ ਏਸੀ ਨੂੰ ਵੀ ਚਲਾ ਰਿਹਾ ਹੈ। ਏਸੀ ਦੇ ਵਿੱਚ ਉਹ ਮੇਲ ਬਣ ਜਾਂਦਾ ਹੈ, ਫਰਿੱਜ ਦੇ ਵਿੱਚ ਉਹ ਫੀਮੇਲ ਬਣ ਜਾਂਦੀ ਹੈ। ਤਾਂ ਲਾਈਟ ਹੀ ਨਾ, ਪਰ ਆਪਾਂ ਉੱਥੇ ਕੀ ਕਹਿੰਦੇ ਆ, ਇਹ ਨਹੀਂ ਕਹਿੰਦੇ ਵੀ ਲਾਈਟ ਚੱਲ ਰਹੀ, ਆਪਾਂ ਕਹਿੰਦੇ ਹਾਂ ਫਰਿੱਜ ਚੱਲ ਰਿਹਾ ਹੈ, ਏਸੀ ਚੱਲ ਰਿਹਾ ਹੈ ਤਾਂ ਉਹ ਲਾਈਟ ਹੀ। ਇਸੇ ਤਰ੍ਹਾਂ ਭਾਵੇਂ ਇਸਤਰੀ ਹੈ ਭਾਵੇਂ ਪੁਰਸ਼ ਹੈ, ਉਹਦੇ ਵਿੱਚ ਜਿਹੜੀ ਆਤਮਾ ਹੈ ਉਹ ਵਾਹਿਗੁਰੂ ਦਾ ਨੂਰ ਹੈ। ਉਸੇ ਨੂੰ ਆਪਣੇ ਸਰੂਪ ਨੂੰ ਜਾਣਨਾ ਸੀ, ਪਰ ਉਹ ਜਾਣਿਆ ਨਹੀਂ ਵੀ ਕਿਉਂ ਸੰਸਾਰ ਵਿੱਚ ਆਏ ਹਾਂ, ਕਿਉਂ ਵਾਰ-ਵਾਰ ਸਾਡਾ ਜਨਮ ਹੁੰਦਾ ਹੈ। ਜਦੋਂ ਨਾਮ ਜਪਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਤਾਂ ਜ਼ਿਕਰ ਕੀਤਾ ਹੈ, ਕਈ ਜਨਮ ਭਏ ਕੀਟ ਪਤੰਗਾ। ਮਹਾਰਾਜ ਹੋਰ ਗਹਿਰਾ ਜਾਂਦੇ ਨੇ। ਭਗਤ ਕਬੀਰ ਸਾਹਿਬ ਕਹਿੰਦੇ ਐਸੇ ਘਰਾਂ ਮੈਂ ਬਹੁਤ ਵਸਾਏ। ਮਹਾਰਾਜ ਕਹਿੰਦੇ ਇੱਦੋਂ ਅੱਗੇ ਵੀ ਤੂੰ ਕੀੜਿਆਂ ਪਤੰਗਿਆਂ ਦੀ ਜੂਨੀ ਵਿੱਚ ਵੀ ਚੱਲਦਾ ਰਿਹਾ ਹੈ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ।
मिल जगदीश मिलन की बरिया चरंकाल ए देह संजरिया। ये बड़े लंबे समय बाद ये देही मिली है। नी ते आत्मा नूं कदे कीड़ियां दी, कदे हाथी, कदे सप, कदे किहड़ी जून, कदे किहड़ी जून मिल गई। इत्थों तक महाराज कहते हैं कई जन्म साख कारू पाया, कई जन्म दरख्त दीआं शाखावां बन के फुटदा रहा है, कई जन्म सैल गिर करिया, कई जन्म पत्थर बन के पिया रहा। पत्थरां दे भी वक्खो वक्खरी कैटागरी है। आपां घरां विच मार्बल लाने हैं ना, तो मार्बल के किन्ने रूप रंग ने, कोई मार्बल किस तरह का है, कोई किस तरह का है, कोई किस तरह का है। पता नहीं कित्थे कित्थे ये जीव आत्मा भटकती रही है। हुण ये देही मिली है, ये रब नूं मिलण वास्ते। ऐसा गहरा सवाल कौन करता है जिहदी आत्मा जाग जाती है कि महाराज सानू रस्ता नहीं दिस रहा भी असीं हुण अगे जाना है, तो सानू जीवन कवन काज जग उपजै बिनसै, कहो मोहे समझाया, मैनू समझा देवो। क्यों ये जीव जमदा मरदा है, ऐसी यदि अवस्था क्यों बनी है। देव करो दया मोहे मार्ग लावो, जित पै बंधन टूटै। हे सतगुरु मेरे ते दया करो। देव शब्द आया है ना, गुर जैसा ना ही को देव। देव वो रहमतां बख्शिशां वंडण वाली हस्ती। महाराज कहते गुरु वर्गा कोई होर देव है ही नहीं। जिन्ना गुरु बख्शिंद है, जिन्नियां रहमतां गुरु वंडदा है। गुरु दे चरणां विच अरदास बेनती, सच्चे पातशाह मेरे ते दया करो। देव करो दया मोहे मार्ग लव। मैनू पता तो लग गया भी मैं बई बड़े जन्मां विच खुआर हो चुका हाँ। मैनू पता लग गया मैनू ये बीमारी है, मैनू ये रोग है, पर महाराज हुण किरपा करो। डॉक्टर कोल जाके आपां की कहंदे पता लग गया भी मैनू ये बीमारी है। फिर आपां कहने मेरे ते किरपा करो, मैनू दवाई दिओ, मैनू मार्ग दसो मैं किवें ठीक हो सकदा हाँ। इस तरह जो पता लग गया भी ये जीवन क्यों मिलया है, पर अगे रस्ता नहीं दिखाई दे रहा भी किवें साची उस परमात्मा दे विच जुड़ीए। देव करो दया मोहे मार्ग लावो। हे सतगुरु मेरे ते दया करो, मैनू इस रबी मार्ग दे विच लाना करो। जित भै बंधन टूटै, जिस करके मेरा डर भी खत्म हो जाए और ये जिहड़े मैनू बंधन पे ने विकारां दे ये भी टुट जाण। जन्म मरण दुख फेड़ करम सुख, जी जन्म ते छूटै। जमन मरण का जिहड़ा दुख लगा होया है अते जो कर्मा करके सानू ये सारा दुख सुख जन्म आवागमन पिया होया है। कर्मा करके सानू दुख भी मिलता है, सुख भी मिलता है। इस करके असी इहदे विच बझे रहिंदे हां, क्योंकि जदों सुख आउंदा फिर रब चेते नहीं आउंदा, ते इन्हां विच ही असी कर्मां विच ही लपाएमान रहिंदे हां। महाराज किरपा करो इस संसार दे दुख सुख तो असी अगे लंघ जाइए, क्योंकि जिथे संसार दा सुख आवेगा उत्थे नाल दुख भी आवेगा। जिवें भगत कबीर साहब जी दे बचन ने, सुख मांगत दुख आगै आवै, सो सुख हमो ना मांगिया भावै। संसार दा कोई भी सुख मंगोगे उहदे पिछे वो जिड्डा वड्डा सुख है ओडा वड्डा दुख खड़ा है। संसार की जिड्डी वड्डी शोभा मंगोगे उन्नी वड्डी बदनामी उहदे पिछे खड़ी है। कोई बंदा संसार में बड़ा मशहूर हो गया है, पर जदों उसने कोई माड़ा काम किया बदनामी का दाग भी ओडा वड्डा लगेगा, उन्ना ज़्यादा बदनाम भी होवेगा। संसार की शोभा इस करके रब दे प्यारे नहीं मंगते, वो कहते नहीं सानू संसार वाली शोभा चाहिए नहीं। वो कहते परमात्मा किरपा कर वो शोभा दे भी जिहदे नाल तेरे नाल जुड़े रहिए, बंदगी करते रहिए। जिवें महाराज जी दे वचन ने, सतगुर आयो शरण तुहारी, मिलै सूख नाम हर शोभा, चिंता लाहे हमारी।
ਆਪਾਂ ਝੂਠੀ ਸੋਭਾ ਮੰਗਦੇ ਹਾਂ ਵੀ ਦੁਨੀਆ ਸੋਭਾ ਕਰੇ, ਦੁਨੀਆ ਜਸ ਕਰੇ, ਵੀ ਇਹਨੇ ਬੜਾ ਚੰਗਾ ਕੰਮ ਕੀਤਾ। ਪਰ ਜਿਹੜੇ ਗੁਰਮੁਖ ਨੇ ਉਹ ਕਹਿੰਦੇ ਮਹਾਰਾਜ ਸ਼ੋਭਾ ਵਡਿਆਈ ਉਹ ਦੇ ਵੀ ਤੇਰਾ ਨਾਮ ਜਪਦੇ ਰਹੀਏ, ਐਸੀ ਕਿਰਪਾ ਕਰ ਦੇਵੋ। ਰਹਾਓ ਵਿਸ਼ਰਾਮ ਦੇ ਕੇ ਭਗਤ ਕਬੀਰ ਸਾਹਿਬ ਫਰਮਾਨ ਕਰ ਰਹੇ ਨੇ, ਮਾਇਆ ਫਾਸ ਬੰਦ ਨੀ ਫਾਰੈ ਅਰ ਮਨ ਸੁਨ ਨਾ ਲੂਕੇ। ਹੁਣ ਪਤਾ ਲੱਗ ਗਿਆ ਵੀ ਬੰਧਨ ਕਿਹੜੇ ਪਏ ਹੋਏ ਨੇ। ਜਦੋਂ ਨਾਮ ਜਪਿਆ, ਕੁਝ ਅਭਿਆਸ ਕੀਤਾ, ਪਤਾ ਲੱਗ ਗਿਆ ਵੀ ਸਾਨੂੰ ਮਾਇਆ ਨੇ ਆਪਣੀ ਫਾਈ ਵਿੱਚ ਬੰਨ੍ਹਿਆ ਹੋਇਆ ਹੈ। ਮਾਇਆ ਫਾਸ ਬੰਧ ਨਹੀਂ ਫਾਰੈ, ਪਰ ਮਨ ਕੋਲੋਂ ਉਹ ਬੰਧਨ ਟੁੱਟ ਨਹੀਂ ਰਹੇ, ਕਿਉਂਕਿ ਮਨ ਛੋਟਾ ਹੈ। ਮਨ ਦੀ ਉਨੀ ਸ਼ਕਤੀ ਨਹੀਂ ਵੀ ਮਾਇਆ ਨੂੰ ਸਰ ਕਰ ਸਕੇ। ਮਾਇਆ ਫਾਸ ਬੰਧ ਨਹੀਂ ਫਾਰੈ ਅਰ ਮਨ ਸੁਨ ਨਾ ਲੂਕੇ। ਔਰ ਮਨ ਉਸ ਸੁਨ ਅਵਸਥਾ ਵਿੱਚ ਨਹੀਂ ਜਾ ਰਿਹਾ ਜਿੱਥੇ ਕੋਈ ਫੁਰਨਾ ਨਹੀਂ ਹੈ, ਉਹ ਹੈ ਪਰਮਾਤਮਾ ਦੀ ਅਵਸਥਾ। ਅਫੁਰ ਅਵਸਥਾ ਵਿੱਚ ਮਨ ਲੁਕ ਨਹੀਂ ਰਿਹਾ, ਜਾ ਨਹੀਂ ਰਿਹਾ, ਉਹਦੇ ਵਿੱਚ ਅਭੇਦ ਨਹੀਂ ਹੋ ਰਿਹਾ। ਲੁਕਣ ਤੋਂ ਭਾਵ ਹੈ ਅਭੇਦ ਹੋ ਜਾਣਾ, ਲੀਨ ਹੋ ਜਾਣਾ। ਹੁਣ ਸਾਨੂੰ ਪਤਾ ਲੱਗ ਗਿਆ, ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਬਿਮਾਰੀ ਹੈ, ਪਰ ਉਸ ਬਿਮਾਰੀ ਤੋਂ ਆਪਾਂ ਆਪਣੇ ਆਪ ਛੁਟਕਾਰਾ ਤਾਂ ਨਹੀਂ ਪਾ ਸਕਦੇ। ਉਹਦੇ ਵਾਸਤੇ ਆਪਾਂ ਨੂੰ ਕੋਈ ਡਾਕਟਰ ਵਧੀਆ ਲੱਭਣਾ ਪਏਗਾ, ਕਿਸੇ ਦੀ ਸਲਾਹ ਲੈਣੀ ਪਵੇਗੀ। ਸਾਨੂੰ ਪਤਾ ਲੱਗ ਗਿਆ, ਇਸੇ ਤਰ੍ਹਾਂ ਪਤਾ ਲੱਗ ਗਿਆ ਮਨ ਨੂੰ ਬੰਧਨ ਕਿਹੜੇ ਪਏ ਹੋਏ ਨੇ। ਪਰ ਉਹ ਬੰਧਨ ਹੁਣ ਇਹਦੇ ਤੋਂ ਆਪਣੇ ਆਪ ਨਹੀਂ ਟੁੱਟਣਗੇ। ਕੋਈ ਵੀ ਰੋਗੀ ਆਪਣੇ ਆਪ ਨਹੀਂ ਠੀਕ ਹੋਵੇਗਾ, ਉਹਨੂੰ ਕੋਈ ਡਾਕਟਰ ਵੈਦ ਲੱਭਣਾ ਪਵੇਗਾ, ਫਿਰ ਇਲਾਜ ਹੋਵੇਗਾ। ਆਪਾ ਪਦ ਨਿਦਵਾਨ ਨਾ ਚੀਨਿਆ, ਇਨ ਵਿਦ ਆਪਿਓ ਨਾ ਚੁਕੇ। ਤੇ ਜਦੋਂ ਤੱਕ ਮਨ ਬੰਧਨ ਵਿੱਚ ਪਿਆ ਹੈ, ਸਾਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਹੈ। ਆਪਾਂ ਆਪਣੇ ਆਪ ਨੂੰ ਕੀ ਸਮਝੀ ਬੈਠੇ ਹਾਂ? ਸਰੀਰ ਸਮਝੀ ਬੈਠੇ ਹਾਂ। ਤੇ ਮਹਾਰਾਜ ਕਹਿੰਦੇ ਇਹ ਮੂਰਖਤਾ ਦਾ ਸਭ ਤੋਂ ਵੱਡਾ ਲੱਛਣ ਹੈ। ਜਿਵੇਂ ਕੋਈ ਡਰਾਈਵਰ ਉਹ ਗੱਡੀ ਨੂੰ ਆਪਣਾ ਆਪ ਸਮਝ ਲਏ ਵੀ ਇਹ ਗੱਡੀ ਨਹੀਂ, ਮੈਂ ਹੀ ਹਾਂ। ਗੱਡੀ ਹੋਰ ਹੈ, ਡਰਾਈਵਰ ਹੋਰ ਹੈ, ਪਰ ਉਹ ਐਸੀ ਮੂਰਖਤਾ ਕਰ ਬੈਠੇ ਲੋਕ ਕਰਦੇ ਹਨ। ਤੇ ਉਹ ਗੱਡੀ ਦੇ ਨਾਲ ਐਸਾ ਜੁੜ ਜੇ, ਆਖੇ ਇਹ ਮੈਂ ਹੀ ਹਾਂ, ਇਹ ਗੱਡੀ ਦੇ ਟਾਇਰ ਪੂਰੇ, ਸਾਰਾ ਸਰੀਰ ਮੇਰਾ ਹੀ ਹੈ, ਤਾਂ ਉਹ ਮੂਰਖ ਹੋਵੇਗਾ। ਇਸੇ ਤਰ੍ਹਾਂ ਆਪਾਂ ਇਹ ਸਰੀਰ ਰੂਪੀ ਗੱਡੀ ਮਿਲੀ ਹੈ ਆਤਮਾ ਨੂੰ ਪਰਮਾਤਮਾ ਤੱਕ ਪਹੁੰਚਣ ਵਾਸਤੇ, ਪਰ ਇਸ ਨੇ ਸਰੀਰ ਰੂਪੀ ਗੱਡੀ ਨੂੰ ਆਪਣਾ ਆਪ ਸਮਝ ਲਿਆ ਤੇ ਇਹਨੂੰ ਮੂਰਖ ਹੀ ਆਖਿਆ ਜਾਵੇਗਾ। ਤਾਂ ਹੀ ਬਾਣੀ ਵਿੱਚ ਮਹਾਰਾਜ ਕਹਿੰਦੇ ਅਸੰਖ ਮੂਰਖ ਅੰਧ ਘੋਰ। ਇੰਨੇ ਵੱਡੇ ਮਹਾਮੂਰਖ ਵੀ ਗੱਡੀ ਦਿੱਤੀ ਸੀ, ਗੱਡੀ ਨੂੰ ਹੀ ਆਪਣਾ ਆਪ ਸਮਝਣ ਲੱਗ ਪਏ। ਜਿਵੇਂ ਆਪਾਂ ਵੇਖਦੇ ਹਾਂ ਕਈ ਬੱਚੇ, ਉਹ ਕੋਈ ਚੀਜ਼ ਉਹਨਾਂ ਨੂੰ ਮਿਲ ਜੇ ਬਸ ਉਹਦੇ ਵਿੱਚ ਹੀ ਓਤ ਪੋਤ ਹੋ ਜਾਂਦੇ ਨੇ। ਕਈ ਕੁੱਤਿਆਂ ਨੂੰ ਪਾਲਣ ਵਿੱਚ ਲੱਗ ਜਾਂਦੇ ਨੇ, ਕਈ ਕਬੂਤਰ ਪਾਲਦੇ ਨੇ, ਕੋਈ ਕੁਝ। ਉਹ ਆਪਣਾ ਜੀਵਨ ਹੀ ਭੁੱਲ ਜਾਂਦੇ ਨੇ, ਅਸੀਂ ਪੜ੍ਹਾਈ ਕਰਨੀ ਹੈ, ਅਸੀਂ ਕੁਝ ਕਰਨਾ ਹੈ, ਬਸ ਉਸ ਚੀਜ਼ ਦੇ ਪਿੱਛੇ ਹੀ ਪੈ ਗਏ ਬਿਲਕੁਲ ਪਾਗਲਾਂ ਦੀ ਤਰ੍ਹਾਂ। ਤੇ ਉਹ ਫਿਰ ਮਾਂ ਪਿਓ ਬਥੇਰਾ ਲੜਦੇ ਨੇ, ਸਮਝਾਉਂਦੇ ਨੇ ਵੀ ਇਹਨਾਂ ਦਾ ਖਹਿੜਾ ਛੱਡ, ਤੂੰ ਪੜ੍ਹਾਈ ਕਰ, ਕੋਈ ਕੰਮ ਸਿੱਖ, ਤੇਰੇ ਜੀਵਨ 'ਚ ਕੰਮ ਆਵੇਗਾ। ਪਰ ਉਹ ਨਹੀਂ ਸਮਝਦੇ, ਫਿਰ ਬਾਅਦ ਵਿੱਚ ਪਛਤਾਉਂਦੇ ਨੇ, ਕਿਉਂਕਿ ਮਾਂ ਪਿਓ ਦੇ ਰਾਜ ਵਿੱਚ ਕਬੂਤਰਬਾਜੀ ਕਰ ਲਈ, ਇੱਦਾਂ ਕਰ ਲਿਆ। ਮੁੜ ਕੇ ਜਦੋਂ ਆਪਣੀ ਜ਼ਿੰਮੇਵਾਰੀ ਪਈ ਫਿਰ ਰੋਂਦੇ ਨੇ, ਕਿਉਂਕਿ ਕੋਈ ਕੰਮ ਨਹੀਂ ਮਿਲਦਾ, ਪੜ੍ਹਾਈ ਨਹੀਂ ਕੀਤੀ, ਕੋਈ ਕੰਮ ਨਹੀਂ ਸਿੱਖਿਆ। ਇਸੇ ਤਰ੍ਹਾਂ ਆਪਾਂ ਇਸ ਸਰੀਰ ਰੂਪੀ ਕਬੂਤਰ ਨੂੰ ਪਾਲਣ ਲੱਗ ਪਏ, ਇਸ ਸਰੀਰ ਰੂਪੀ ਕੁੱਤੇ ਨੂੰ ਪਾਲਣ ਲੱਗ ਪਏ। ਆਪਣਾ ਆਪ ਜਾਣੇ ਇਹਦੇ ਪਿੱਛੇ ਹੀ ਪੈ ਗਏ, ਬਸ ਹੱਥ ਧੋ ਕੇ ਇਹਨੂੰ ਲਿਪਣ ਪੋਚਣ ਵਿੱਚ ਪੈ ਗਏ, ਆਪਣਾ ਆਪ ਜਾਣਿਆ ਹੀ ਨਹੀਂ। ਗੁਰੂ ਬਹੁਤ ਸਮਝਾਉਂਦਾ ਵੀ ਇਸ ਸਰੀਰ ਦੇ ਮੋਹ ਨੂੰ ਛੱਡ, ਇਸ ਦੇਹੀ ਵੱਲ ਨਾ ਵੇਖ, ਤੂੰ ਇਹਦੇ ਵਿੱਚ ਨਾ ਗਰਕ। ਪਰ ਇਹ ਜੀਵ ਆਪਾਂ ਇਸੇ ਨੂੰ ਭੱਜ ਪੈਂਦੇ ਹਾਂ, ਇਸੇ ਨੂੰ ਵਾਰ-ਵਾਰ ਸ਼ੀਸ਼ੇ ਵਿੱਚ ਵੇਖਦੇ ਹਾਂ, ਔਰ ਇਹਨੂੰ ਹੀ ਮਹਾਰਾਜ ਕਹਿੰਦੇ ਬਾਣੀ ਦੇ ਵਿੱਚ ਵੀ ਇਹਦੇ ਮੋਹ ਦੇ ਵਿੱਚ ਹੀ ਫਸਿਆ ਰਹਿੰਦਾ ਹੈ। ਜਦ ਕਿ ਇਸ ਦੇਹੀ ਦੁਆਰਾ ਰੱਬ ਤੱਕ ਪਹੁੰਚਣਾ ਸੀ। ਗੱਡੀ ਦਾ ਕੰਮ ਇਹਨੇ ਹੁੰਦਾ ਹੈ, ਗੱਡੀ ਘਰ ਦੇ ਅੰਦਰ ਨਹੀਂ ਵਾੜੀ ਦੀ, ਬਸ ਉਹ ਤਾਂ ਜਿੱਥੇ ਮੰਜ਼ਿਲ 'ਤੇ ਪਹੁੰਚੇ ਗੱਡੀ ਬਾਹਰ ਪਾਰਕਿੰਗ ਕੀਤੀ, ਆਪਣੇ ਘਰ ਅੰਦਰ ਪ੍ਰਵੇਸ਼ ਹੋ ਗਏ। ਇਸੇ ਤਰ੍ਹਾਂ ਇਹ ਸਰੀਰ ਹੈ,
तो महाराज सच्चे पातशाह कहते अपना आप जानिया ही नहीं, आपा पद निर्वाण ना चीनिया, इन बेद अप्यो ना चूके। इस तरह जिहड़ी इहदी कठोरता सी मन की वो नहीं दूर हुई। प्यो मैंने भिज जाना, ऐड़ा अगेतर लग गया, नैगेटिव हो गया, ना भिजया होया। ये मन ऐसा सख्त हो गया, ऐसा करखत हो गया, बहुत कठोरता दे विच आ गया। तो इहदा कठोरपन दूर नहीं होया, क्योंकि अपने आप नूं जानन दा यतन ही नहीं किया। सरेही देही पिछे पिया रहा, बस देही नूं ही पूजदा रहा। तो पातशाह फरमान कर रहे ने, कही ना उपजै उपजी जाणै, भाव भाव विहूणा कही ना उपजै। कि ये जिहड़ी सृष्टि माया संसार जो कुछ भी दिखाई दे रहा है, अपने आप नूं जाणिया नहीं, पर इस संसार नूं जानन लग पिया, अपनी आत्मा बारे जाणिया ही नहीं। तो भगत कबीर साहब जी कहते इस तरह भाव अभाव विहूणा, साडे मन दे विच कदी चंगे ख्याल, कबू जीड़ा ऊब चढ़ता है, कबू जाए प्याले, लोभी जीड़ा थिरना रहता है, चारे कुंडा पाले। कदे चंगे कदे माड़े फुरने आउंदे ने। इन्हां नूं खत्म करना सी, क्योंकि भावें चंगा फुरना अंदर पैदा होया है, जिथे चंगा कर्म करन दा फुरना उत्थे माड़ा भी नाल आ जांदा है। शब्द का अभ्यास कर करके एक ऐसी अवस्था आ जाती, उत्थे फुरने बंद हो जाते ने। ना कोई सुख की इच्छा, ना किसी दुख तो डरन का भै रह जाता है। वो संकल्प विकल्प खत्म हो जाते ने। उदय अस्त की मन बुद्ध नासी, तो सजा सहज लिवलीना। उदय अस्त सूरज चढ़ता है तो अपने मन में किन्ने फुरने पैदा होंदे ने, यह काम करना है, वो करना है। जदों अस्त हुंदा है तो उदों भी रह जाता है, अज यह काम रह गया है, यह रह गया, यह रह गया, करना है कल नूं। इस संसार की प्रवृत्ति दे विच ही मन फसिया रहिंदा है, बस यह करना है, यह रह गया, यह करना है, यह रह गया है। साडी बुद्धि विच यही चल रहा है, बस जिहड़ा अपना असली कार्य सी बंदगी करन दा वो नहीं कीता। भगत कबीर साहब जी कहते जदों गुरु की मत लैके नाम का अभ्यास किया, तो जिहड़ी इदां दी बुद्धि सी इहदा नाश हो गया। जो हो गया अज ठीक है, बस उस अकाल पुरख का नाम जपना, रात नूं बंदगी करनी है, उहदे सिमरन विच रहना, उहदी रजा विच रहना है। जो हो गया ठीक है। तो इस तरह भगत कबीर साहब जी कहते जदों मन इत्थे आ गया, फिर ये वाहिगुरू विच लीन हो जाता है। उदय अस्त की जम्मण मरण, उदय अस्त नूं जम्मण मरण भी कहा गया है कि जदों कोई नाम का अभ्यास करन दा है, जिहड़ा जन्म होया, जन्म हो के फिर आपां जीवन विच बड़ा कुछ सोचते हाँ, फिर जदों जीव मरण किनारे हुंदा है, फिर अगे भी इहदे नाल बड़ा कुछ हुंदा है। वो सारी गति तो बाहर हो गया, वाहिगुरू विच अभेद हो गया, तो सदा सहज मन लीना। उदय अस्त की मन बुद्ध नासी, तो सदा सहज लिव लीना। वो बुद्धि ही नस गई, जिहड़ी संसार नूं पकड़ी बैठी सी, खत्म हो गई। हुण वो बुद्ध मिली है जिहड़ी परमात्मा दे नाम दी विचार करदी है। तां ही ते बाणी विच आखिया, किरपा निध बसो हृदय हर नीत, तैसी बुद्ध करो प्रगासा, लागै प्रभ संग प्रीत। ऐसी कृपा कर देव, ज्यों परत बिंब बिंब मुको मिली है, उद कुंभ बिगराना। जीव ते परमात्मा विच कोई बहुता फर्क नहीं है, पर वो फर्क क्यों पै गया? जिमें कई घड़े पानी दे भर के रख दिते ना, तो वो पानी दे विच आकाश दा बिंब पैंदा है, जां सूरज दा बिंब पैंदा है। पर जदों घड़ियां नूं पानी खाली कर दिता जाए, घड़ा तोड़ दिता जाए, तो वह बिंब जिहड़ा पै रहा सी, वो कित्थे चला गया? प्रतिबिंब जिहड़ा पै रहा सी, वो अपने मूल रूप दे विच ही, वो भी असल विच मूल रूप विच सी, पर वो घड़ियां दे आकार करके, पानी विच होण करके दिखाई दे रहा। इस तरह साडे हिरदे रूपी घड़े दे विच संकल्प विकल्पां दा पानी है।
ਜਦੋਂ ਇਹ ਸੰਕਲਪ ਤੇ ਵਿਕਲਪ ਦਾ ਪਾਣੀ ਖਤਮ ਹੋ ਗਿਆ, ਅਗਿਆਨਤਾ ਦਾ ਘੜਾ ਟੁੱਟ ਗਿਆ, ਤਾਂ ਜੀਵ ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ ਹੈ। ਹੋਰ ਕੋਈ ਇਹ ਸਾਰਾ ਜਿਹੜਾ ਭਰਮ ਪੈ ਰਿਹਾ ਹੈ, ਇਹ ਸੰਕਲਪਾਂ ਵਿਕਲਪਾਂ ਕਰਕੇ ਹੈ। ਜਦੋਂ ਆਪਾਂ ਜਾਂ ਤਾਂ ਆਪਣੇ ਅੰਦਰ ਆਪਾਂ ਗੁਰਬਾਣੀ ਨਾਲ ਜੁੜਾਂਗੇ, ਗੁਰਬਾਣੀ ਦੀ ਵਿਚਾਰ ਚੱਲੇਗੀ, ਜਾਂ ਫਿਰ ਸੰਸਾਰ ਦੇ ਫੁਰਨੇ ਚੱਲਣਗੇ। ਅਤੇ ਜੇ ਸੰਸਾਰ ਦੇ ਫੁਰਨੇ ਚੱਲਣਗੇ ਤਾਂ ਆਪਾਂ ਆਪਣੇ ਆਪ ਨੂੰ ਰੱਬ ਤੋਂ ਵੱਖਰਾ ਮੰਨੀ ਜਾਵਾਂਗੇ ਵੀ ਮੈਂ ਕੋਈ ਵੱਖਰਾ ਹੀ ਹਾਂ। ਪਰ ਜਦੋਂ ਕੋਈ ਗੁਰਬਾਣੀ ਨਾਲ ਜੁੜ ਗਿਆ ਫਿਰ ਪਤਾ ਲੱਗ ਜਾਂਦਾ ਹੈ ਕਿ ਜੀਵ ਅਤੇ ਪਰਮਾਤਮਾ ਕੋਈ ਵੱਖਰਾ ਨਹੀਂ, ਕਿਉਂਕਿ ਸਾਰੇ ਪਾਸਿਓਂ ਬ੍ਰਹਮ ਆਪ ਹੀ ਹੈ। ਮਹਾਰਾਜ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਕਹੋ ਕਬੀਰ ਐਸਾ ਗੁਣ ਭਰਮ ਭਾਗਾ ਤੋ ਮਨ ਸੁਨ ਸਮਾਨਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਗੁਣ, ਇੱਥੇ ਗੁਣ ਦਾ ਅਰਥ ਹੈ ਸੁਭਾਅ। ਸਾਡਾ ਇਹ ਜਿਹੜਾ ਸੁਭਾਅ ਹੈ ਸੰਸਾਰ ਦੇ ਸੰਕਲਪਾਂ ਵਿਕਲਪਾਂ ਵਾਲਾ, ਜਦੋਂ ਇਹ ਖਤਮ ਹੋ ਗਿਆ, ਇਹ ਭਰਮ ਖਤਮ ਹੋ ਗਿਆ, ਤਾਂ ਇਹ ਮਨ ਇੱਕ ਛਿਨ ਵਿੱਚ ਰੱਬ ਵਿੱਚ ਲੀਨ ਹੋ ਜਾਂਦਾ ਹੈ। ਕੋਈ ਬਹੁਤਾ ਸਮਾਂ ਨਹੀਂ ਲੱਗਦਾ, ਬਸ ਉਸ ਅਵਸਥਾ ਤੱਕ ਪਹੁੰਚਣਾ ਹੀ ਬੜਾ ਔਖਾ ਹੈ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨ ਆਇਓ। ਸਤਿਗੁਰੂ ਜੀ ਮਹਿਰਾਮਤ ਕਰਨ। ਅੰਮ੍ਰਿਤ ਬਾਣੀ ਦਾ ਮਹਾਨ ਭਾਵ ਸਾਰਿਆਂ ਦੇ ਹਿਰਦੇ ਵਿੱਚ ਵਸੇ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।